Hi friends, this is Pardeep Singh and you are watching my YouTube channel G for you Grammar for you। सो ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ since ਅਤੇ for ਦੀ। ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਆਪਣੇ ਦੋ ਵਰਡ ਹਨ ਉਹ ਇੱਕ ਤਾਂ since ਹੈ, ਦੂਸਰਾ ਹੈ for। ਸੋ ਵੈਸੇ r ਸਾਇਲੈਂਟ ਹੀ ਹੁੰਦਾ ਏ, ਇਹਨੂੰ ਪੰਜਾਬੀ ਦੇ ਵਿੱਚ ਆਪਾਂ for ਬੋਲਦੇ ਹਾਂ for। ਸੋ ਇਹ ਦੋਨੋਂ ਹੀ ਵਰਡ ਜਿਹੜੇ ਹੈ ਇਹ ਇੱਕ ਪ੍ਰੈਪੋਜੀਸ਼ਨ ਦੇ ਤੌਰ ਤੇ ਵਰਤੇ ਜਾਂਦੇ ਆ। ਸੋ ਇਹ ਦੋਨੋਂ ਹੀ ਵਰਡ ਜਿਹੜੇ ਆ ਉਹ ਇੱਕ ਪ੍ਰੈਪੋਜੀਸ਼ਨ ਦੇ ਤੌਰ ਤੇ ਵਰਤੇ ਜਾਂਦੇ ਆ ਜਦੋਂ ਇਹਨਾਂ ਨੂੰ ਆਪਾਂ ਸਮੇਂ ਦੇ ਨਾਲ ਲਾਉਂਦੇ ਆ। ਸੋ ਜਦੋਂ ਆਪਾਂ ਇਹਨਾਂ ਨੂੰ ਸਮੇਂ ਦੇ ਨਾਲ ਲਾਉਂਦੇ ਆ ਤੇ ਉੱਥੇ ਫਿਰ ਇਹਨਾਂ ਦੀ ਜਿਹੜੀ ਹੈ ਉਹ ਸ਼ਾਬਦਿਕ ਅਰਥ ਜਿਹੜਾ ਨਿਕਲਦਾ ਹੈ ਉਹ ਤੋਂ ਹੁੰਦਾ ਹੈ। ਸੋ ਤੋਂ ਯਾਨੀ ਕਿ ਕਿਸੇ ਸਮੇਂ ਤੋਂ, 10 ਦਿਨਾਂ ਤੋਂ, 1 ਘੰਟੇ ਤੋਂ, ਕਈ ਘੰਟਿਆਂ ਤੋਂ, ਕੁਝ ਮਿੰਟਾਂ ਤੋਂ, 1 ਮਹੀਨੇ ਤੋਂ, ਜਨਵਰੀ ਤੋਂ, 1907 ਤੋਂ, ਮੇਰੇ ਬਰਥਡੇ ਤੋਂ। ਸੋ ਐਵੇਂ ਦੇ ਜਿਹੜੇ ਸਮੇਂ ਹੁੰਦੇ ਆ ਉਹਨਾਂ ਦੇ ਨਾਲ ਜਿਹੜਾ ਹੈ ਪੰਜਾਬੀ 'ਚ ਤੋਂ ਸ਼ਬਦ ਜਿਹੜਾ ਹੈ ਆਪਾਂ ਵਰਤਦੇ ਹਾਂ। ਪਰ ਅੰਗਰੇਜ਼ੀ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਅੰਗਰੇਜ਼ੀ ਦੇ ਵਿੱਚ ਆਪਾਂ ਸਿੰਸ ਵੀ ਵਰਤਦੇ ਹਾਂ ਤੋਂ ਸ਼ਬਦ ਲਈ ਅਤੇ ਫॉर ਵੀ ਸ਼ਬਦ ਜਿਹੜਾ ਹੈ ਉਹ ਆਪਾਂ ਵਰਤਦੇ ਹਾਂ। ਪਰ ਇੱਥੇ ਸਵਾਲ ਇਹ ਹੈ ਕਿ ਕਦੋਂ ਜਿਹੜਾ ਹੈ ਅਸੀਂ ਸਿੰਸ ਵਰਤਣਾ ਹੈ ਅਤੇ ਕਦੋਂ ਜਿਹੜਾ ਹੈ ਆਪਾਂ ਫॉर ਦੀ ਵਰਤੋਂ ਕਰਨੀ ਹੈ। ਹੁਣ ਇਹਨੂੰ ਆਪਾਂ ਜ਼ਿਆਦਾਤਰ ਜਿਹੜਾ ਵਰਤਦੇ ਹਾਂ ਫॉर ਅਤੇ ਸਿੰਸ ਨੂੰ, ਵੈਸੇ ਤੇ ਬਹੁਤ ਸਾਰੇ ਸੈਂਟੈਂਸਸ ਹੈ ਜਿਨ੍ਹਾਂ ਦੇ ਵਿੱਚ ਸਿੰਸ ਦੀ ਵਰਤੋਂ ਆਪਾਂ ਆਮ ਦੇਖਦੇ ਹਾਂ, ਪਰ ਜਨਰਲੀ ਜਿਹੜੀ ਸਟੂਡੈਂਟਸ ਨੂੰ ਕਨਫਿਊਜ਼ਨ ਆਉਂਦੀ ਹੈ ਜਦੋਂ ਆਪਾਂ ਇਹਨੂੰ ਪਰਫੈਕਟ ਕੰਟੀਨਿਊਸ ਟੈਂਸਸ ਦੇ ਵਿੱਚ ਇਹਦੀ ਜਿਹੜੀ ਵਰਤੋਂ ਕਰਦੇ ਹਾਂ, ਪਰਫੈਕਟ ਕੰਟੀਨਿਊਸ ਟੈਂਸਸ ਦੇ ਵਿੱਚ ਜਿਹੜੀ ਇਹਦੀ ਆਪਾਂ ਵਰਤੋਂ ਕਰਦੇ ਹਾਂ, ਚਾਹੇ ਉਹ ਪ੍ਰੈਜ਼ੈਂਟ ਪਰਫੈਕਟ ਕੰਟੀਨਿਊਸ ਹੋਵੇ, ਚਾਹੇ ਪਾਸਟ ਪਰਫੈਕਟ ਕੰਟੀਨਿਊਸ ਹੋਵੇ, ਚਾਹੇ ਫਿਊਚਰ ਦਾ ਪਰਫੈਕਟ ਕੰਟੀਨਿਊਸ ਕਿਉਂ ਨਾ ਹੋਵੇ, ਉਹਨਾਂ ਦੇ ਵਿੱਚ ਜਿਹੜੀ ਹੈ ਸਿੰਸ ਅਤੇ ਫॉर ਦੀ ਵਰਤੋਂ ਜਿਹੜੀ ਹੈ ਹੁੰਦੀ ਹੈ। ਪਰ ਸਵਾਲ ਜਿਹੜਾ ਇਹ ਹੈ ਕਿ ਅਸੀਂ ਕਦੋਂ ਸਿੰਸ ਵਰਤਣਾ ਹੈ ਅਤੇ ਕਦੋਂ ਫॉर ਵਰਤਣਾ ਹੈ। ਮੈਂ ਕਹਿੰਦਾ ਕਿ ਜੇ ਤੁਸੀਂ ਇਹ ਪੂਰੀ ਵੀਡੀਓ ਲਾ ਲਓ, ਪੂਰੀ ਵੀਡੀਓ ਦੇਖ ਲਓ ਤਾਂ ਤੁਹਾਨੂੰ ਕਦੇ ਵੀ ਕਨਫਿਊਜ਼ਨ ਨਹੀਂ ਆਏਗੀ ਕਿ ਅਸੀਂ ਸਿੰਸ ਕਿੱਥੇ ਵਰਤਣਾ ਹੈ ਅਤੇ ਅਸੀਂ ਫॉर ਜਿਹੜਾ ਹੈ ਕਿੱਥੇ ਵਰਤਣਾ ਹੈ। ਸੋ ਇਹ ਤੁਹਾਡੀ ਕਨਫਿਊਜ਼ਨ ਜਿਹੜੀ ਆ ਹਮੇਸ਼ਾ ਦੇ ਲਈ ਜਾਂਦੀ ਰਹੇਗੀ। ਸੋ ਆਪਾਂ ਗੱਲ ਕਰਾਂਗੇ ਕਿ ਜਿਹੜਾ ਸਿੰਸ ਹੈ ਉਹ ਕਿੱਥੇ ਵਰਤਣਾ ਹੈ ਅਤੇ ਜਿਹੜਾ ਫॉर ਹੈ ਉਹ ਕਿੱਥੇ ਵਰਤਣਾ ਹੈ। ਸੋ ਪਹਿਲਾਂ ਆਪਾਂ ਗੱਲ ਕਰਾਂਗੇ ਸਿੰਸ ਦੀ ਗੱਲ ਕਰਾਂਗੇ। ਸੋ ਜੋ ਵੀ ਮੈਂ ਲਿਖਿਆ ਹੈ ਵੀਡੀਓ ਨੂੰ ਪਾਊਜ਼ ਕਰਕੇ ਨੋਟ ਜ਼ਰੂਰ ਕਰ ਲਿਆ ਕਰੋ ਤਾਂ ਕਿ ਜਿਹੜੇ ਨੋਟਸ ਹੁੰਦੇ ਆ ਉਹ ਹਮੇਸ਼ਾ ਹੀ ਤੁਹਾਡੇ ਕੋਲ ਰਹਿੰਦੇ ਆ ਅਤੇ ਤੁਸੀਂ ਉਹਨਾਂ ਤੋਂ ਜਦੋਂ ਮਰਜ਼ੀ ਆਪਣਾ ਜੋ ਵੀ ਸਿੱਖਿਆ ਉਹਨੂੰ ਰਿਵਾਈਜ਼ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਸਿੰਸ ਦੀ। ਸੋ ਸਿੰਸ ਜਿਹੜਾ ਵਰਤਿਆ ਜਾਂਦਾ ਹੈ ਇੱਕ ਨਿਸ਼ਚਿਤ ਸਮੇਂ ਦੇ ਨਾਲ ਵਰਤਿਆ ਜਾਂਦਾ ਹੈ। ਸਿੰਸ ਵਰਤਿਆ ਜਾਂਦਾ ਹੈ ਇੱਕ ਨਿਸ਼ਚਿਤ ਸਮੇਂ ਦੇ ਨਾਲ, ਅਤੇ ਜਿਹੜਾ ਫॉर ਹੁੰਦਾ ਹੈ ਇਹ ਅਨਿਸ਼ਚਿਤ ਸਮੇਂ ਦੇ ਨਾਲ ਵਰਤਿਆ ਜਾਂਦਾ ਹੈ। ਹੁਣ ਦੇਖਿਆ ਜਾਵੇ ਤੇ ਸਾਨੂੰ ਸਭ ਤੋਂ ਪਹਿਲਾਂ ਤੇ ਇਹ ਨਿਸ਼ਚਿਤ ਅਨਿਸ਼ਚਿਤ ਦਾ ਜਿਹੜਾ ਕਨਸੈਪਟ ਹੈ ਉਹ ਸਮਝਣਾ ਪਏਗਾ। ਸੋ ਨਿਸ਼ਚਿਤ ਸਮਾਂ ਜਿਹੜਾ ਕਿ ਇੱਕ ਪੁਆਇੰਟ ਨੂੰ ਦਰਸਾਉਂਦਾ ਹੋਵੇ, ਪੁਆਇੰਟ ਆਫ ਟਾਈਮ ਜਿਹੜਾ ਹੈ ਉਹਦੀ ਗੱਲ ਕਰਦਾ ਹੋਵੇ, ਪੁਆਇੰਟ ਆਫ ਟਾਈਮ। ਹੁਣ ਕੀ ਹੁੰਦਾ ਹੈ ਪੁਆਇੰਟ ਆਫ ਟਾਈਮ, ਇਹ ਵੀ ਆਪਾਂ ਖੁੱਲ੍ਹ ਕੇ ਸਮਝਾਂਗੇ। ਉਸ ਤੋਂ ਬਾਅਦ ਨਿਸ਼ਚਿਤ ਅਤੇ ਅਨਿਸ਼ਚਿਤ ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਹੈ ਉਹ ਪੀਰੀਅਡ ਆਫ ਟਾਈਮ ਦੀ ਗੱਲ ਕੀਤੀ ਜਾਂਦੀ ਹੈ। ਸੋ ਜਦੋਂ ਆਪਾਂ ਪੀਰੀਅਡ ਆਫ ਟਾਈਮ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਆਪਾਂ ਅਨਿਸ਼ਚਿਤ ਸਮਾਂ ਮਿਥਦੇ ਹਾਂ ਅਤੇ ਉਹਦੇ ਨਾਲ ਆਪਾਂ ਫॉर ਦੀ ਵਰਤੋਂ ਕਰਦੇ ਹਾਂ। ਪਰ ਸਵਾਲ ਇਹ ਹੈ ਕਿ ਨਿਸ਼ਚਿਤ 'ਚ ਕਿਹੜੇ ਜਿਹੜੇ ਸਮੇਂ ਆਪਾਂ ਰੱਖ ਸਕਦੇ ਹਾਂ ਅਤੇ ਫॉर ਜਿਹੜਾ ਹੈ ਜਿਹਨੂੰ ਅਨਿਸ਼ਚਿਤ ਗੱਲ ਕੀਤੀ ਜਾਂਦੀ ਹੈ, ਪੀਰੀਅਡ ਆਫ ਟਾਈਮ ਦੀ ਗੱਲ ਕੀਤੀ ਜਾਂਦੀ ਹੈ, ਅਤੇ ਉਸ ਦੇ ਵਿੱਚ ਆਪਾਂ ਕਿਹੜੇ ਸਮੇਂ ਜਿਹੜੇ ਆ ਉਹ ਰੱਖ ਸਕਦੇ ਹਾਂ। ਹੁਣ ਆਪਾਂ ਇਹਨੂੰ ਕਲੀਅਰ ਕਰਨ ਦੇ ਲਈ ਇੱਕ ਜਿਹੜੀ ਗੱਲ ਹੈ ਉਹ ਹੋਰ ਰੱਖ ਲੈਂਦੇ ਹਾਂ ਕਿ ਇਹ ਜਿਹੜਾ ਹੈ ਇਹ ਕੁਝ ਰਿਪੀਟਡ ਟਾਈਮ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਵੀ ਵਰਤਿਆ ਜਾਂਦਾ ਹੈ। ਰਿਪੀਟਡ ਟਾਈਮ ਜਿਹੜੇ ਹੁੰਦੇ ਆ, ਹੁਣ ਰਿਪੀਟਡ ਟਾਈਮ ਕਿਹੜੇ ਹੁੰਦੇ ਆ ਮੈਂ ਤੁਹਾਨੂੰ ਉਹ ਵੀ ਨਾਲ ਦੱਸੀ ਜਾਵਾਂਗਾ। ਹੁਣ ਦੋ ਚੀਜ਼ਾਂ ਧਿਆਨ ਰੱਖਣੀਆਂ ਕਿ ਸਿੰਸ ਨਿਸ਼ਚਿਤ ਸਮੇਂ ਨਾਲ ਯਾਨੀ ਕਿ ਪੁਆਇੰਟ ਆਫ ਟਾਈਮ ਦੇ ਨਾਲ ਅਤੇ ਰਿਪੀਟਡ ਟਾਈਮ ਦੇ ਨਾਲ ਵਰਤਿਆ ਜਾਂਦਾ ਹੈ। ਹੁਣ ਸਭ ਤੋਂ ਪਹਿਲੇ ਰਿਪੀਟਡ ਟਾਈਮ ਦੀ ਗੱਲ ਕਰੀਏ ਤਾਂ ਆਪਾਂ ਮੰਨ ਲੈਂਦੇ ਹਾਂ ਕਿ ਮੰਨ ਕੇ ਚਲੋ ਕਿ ਆਪਣੇ ਕੋਲ ਵੀਕ ਦੇ ਜਿਹੜੇ ਹੈ ਉਹ ਡੇਜ਼ ਹੈ ਅਤੇ ਡੇਜ਼ ਦੇ ਨਾਮ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਨਾਲ ਸਿੰਸ ਲੱਗਦਾ ਹੈ ਜਦੋਂ ਆਪਾਂ ਪਰਫੈਕਟ ਕੰਟੀਨਿਊਸ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਸਿੰਸ ਨੂੰ ਤੋਂ ਸ਼ਬਦ ਦੇ ਵਜੋਂ ਵਰਤਦੇ ਹਾਂ। ਜਿਵੇਂ ਕਿ ਆਪਾਂ ਕਹਿੰਦੇ ਹਾਂ ਕਿ ਰਿਪੀਟਡ ਸਮੇਂ ਦੇ ਵਿੱਚ ਪਹਿਲਾ ਸਮਾਂ ਆਉਂਦਾ ਹੈ ਆਪਣੇ ਕੋਲ ਸੰਡੇ, ਠੀਕ ਹੈ। ਉਸ ਤੋਂ ਬਾਅਦ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਫਰਾਈਡੇ,
ਸੈਚਰਡੇ ਤੇ ਫਿਰ ਸੰਡੇ। ਹੁਣ ਵੇਖੋ ਇਹ ਰਿਪੀਟ ਹੋ ਰਹੀ ਹੈ, ਇਹ ਇੱਕ ਜਿਹੜੀ ਹੈ ਇਹਦੇ ਵਿੱਚ ਰੈਪੀਟੀਸ਼ਨ ਹੈ, ਤੇ ਰੈਪੀਟੀਸ਼ਨ ਯਾਨੀ ਕਿ ਇੱਕ ਤੇ ਨਿਸ਼ਚਿਤ ਸਮਾਂ ਹੋ ਗਿਆ, ਹਫਤੇ ਦੇ ਵਿੱਚ 7 ਦਿਨ ਹੁੰਦੇ ਹੈ, ਠੀਕ ਹੈ, ਤੇ ਹਰ 7ਵੇਂ ਦਿਨ ਬਾਅਦ 6ਵੇਂ ਦਿਨ ਬਾਅਦ ਫਿਰ ਉਹੀ ਦਿਨ ਆ ਜਾਂਦਾ ਹੈ, ਤੇ ਇਹ ਰਿਪੀਟਡ ਵੀ ਹੈ, ਤੇ ਇਹ ਇੱਕ ਪੁਆਇੰਟ ਵੀ ਹੈ ਕਿ ਆਪਾਂ ਹਫਤੇ ਦੇ ਕਿਹੜੇ ਦਿਨ ਦੀ ਗੱਲ ਕਰ ਰਹੇ ਹਾਂ ਉਹਦੇ ਤੇ ਪੁਆਇੰਟ ਲਾ ਸਕਦੇ ਹਾਂ ਕਿ ਮੈਂ ਸੰਡੇ ਦੀ ਗੱਲ ਕਰ ਰਿਹਾ, ਹਫਤੇ ਦੇ 7 ਦਿਨਾਂ ਦੇ ਵਿੱਚੋਂ ਮੈਂ ਸੰਡੇ ਦੀ ਗੱਲ ਕਰ ਰਿਹਾ ਹਾਂ, ਹਫਤੇ ਦੇ 7 ਦਿਨਾਂ ਦੇ ਵਿੱਚੋਂ ਮੈਂ ਮੰਡੇ ਦੀ ਗੱਲ ਕਰ ਰਿਹਾ, ਮੈਂ ਇਹਦੇ ਤੇ ਪੁਆਇੰਟ ਲਾ ਸਕਦਾ। ਇਹ ਰਿਪੀਟਡ ਹੋਣ ਦੇ ਨਾਲ ਨਾਲ ਇਹ ਪੁਆਇੰਟ ਆਫ ਟਾਈਮ ਵੀ ਹੈ, ਨਿਸ਼ਚਿਤ ਸਮਾਂ ਵੀ ਹੈ ਕਿ ਹਫਤੇ ਦਾ ਕਿਹੜਾ ਦਿਨ, ਤੇ ਉਹਦੇ ਨਾਲ ਆਪਾਂ ਸਿੰਸ ਵਰਤਦੇ ਹਾਂ। ਜਿਵੇਂ ਮੈਂ ਕਹਾਂ ਆਈ ਹੈਵ ਬੀਨ ਰੀਡਿੰਗ ਦਿਸ ਬੁੱਕ ਸਿੰਸ ਮੰਡੇ, ਕਿ ਮੈਂ ਮੰਡੇ ਤੋਂ ਇਹ ਕਿਤਾਬ ਜਿਹੜੀ ਹੈ ਪੜ੍ਹ ਰਿਹਾ ਹਾਂ। ਸੋ ਇੱਕ ਤੇ ਇਹ ਹੋ ਗਿਆ ਰਿਪੀਟਡ ਟਾਈਮ। ਉਸ ਤੋਂ ਬਾਅਦ ਰਿਪੀਟਡ ਟਾਈਮ ਜਿਹੜਾ ਹੈ ਉਹ ਵੇਖੋ ਕਿ ਆਪਣੇ ਕੋਲ ਨੇਮ ਆਫ ਮੰਥਸ ਦੀ ਗੱਲ ਕਰੀਏ, ਸੋ ਜਿਹੜੇ ਆਪਣੇ ਕੋਲ ਮੰਥਸ ਹੁੰਦੇ ਹੈ ਉਹਨਾਂ ਦੇ ਨਾਲ ਵੀ ਜਿਹੜਾ ਹੈ ਆਪਾਂ ਸਿੰਸ ਹੀ ਵਰਤਦੇ ਹਾਂ ਜਦੋਂ ਉਹਨਾਂ ਦੇ ਨੇਮ ਦੀ ਗੱਲ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਜਨਵਰੀ, ਫੈਬ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਸੈਪਟੰਬਰ, ਅਕਤੂਬਰ, ਨਵੰਬਰ ਐਂਡ ਦਸੰਬਰ। ਵੇਖੋ ਇਹ ਰਿਪੀਟਡ ਵੀ ਹੈ, ਪਰ 12 ਮਹੀਨਿਆਂ ਦੇ ਵਿੱਚੋਂ ਮੈਂ ਕਿਸੇ ਇੱਕ ਪਾਰਟੀਕੂਲਰ ਇੱਕ ਪੁਆਇੰਟ ਆਫ ਮੰਥ ਦੀ ਗੱਲ ਕਰ ਰਿਹਾ ਹਾਂ, ਇੱਕ ਨਿਸ਼ਚਿਤ ਮਹੀਨੇ ਦੀ ਗੱਲ ਕਰ ਰਿਹਾ ਹਾਂ, ਜਨਵਰੀ ਦੀ। ਸੋ ਇਹਦੇ ਨਾਲ ਵੀ ਮੈਂ ਕੀ ਯੂਜ਼ ਕਰਾਂਗਾ, ਸਿੰਸ। ਸੋ ਜਿਵੇਂ ਕਿ ਸਿੰਸ ਜਨਵਰੀ, ਸਿੰਸ ਫੈਬਰਰੀ, ਸਿੰਸ ਮਾਰਚ। ਜਿਵੇਂ ਮੈਂ ਕਹਾਂ ਆਈ ਹੈਵ ਬੀਨ ਵਾਚਿੰਗ ਦਿਸ ਮੂਵੀ, ਨਹੀਂ ਮੂਵੀ ਨਹੀਂ ਲੈ ਸਕਦੇ ਆਪਾਂ, ਆਈ ਹੈਵ ਬੀਨ ਲਰਨਿੰਗ ਇੰਗਲਿਸ਼ ਸਿੰਸ ਫੈਬਰਰੀ, ਮੈਂ ਫੈਬਰਰੀ ਤੋਂ ਜਿਹੜਾ ਹੈ ਉਹ ਅੰਗਰੇਜ਼ੀ ਸਿੱਖ ਰਿਹਾ ਹਾਂ। ਵੇਖੋ ਐਗਜ਼ਾਮਪਲਸ ਜਿਹੜੀਆਂ ਮੇਰੇ ਕੋਲ ਪਹਿਲਾਂ ਅੱਜ ਮੈਂ ਆਲਰੇਡੀ ਨਹੀਂ ਲਿਖੀਆਂ ਹੋਈਆਂ, ਇਸ ਲਈ ਨਾਲ ਦੀ ਨਾਲ ਐਗਜ਼ਾਮਪਲਸ ਜਿਹੜੀਆਂ ਮੈਂ ਉਹ ਬਣਾ ਰਿਹਾ ਹਾਂ। ਸੋ ਵੇਖੋ ਇਹਦੇ ਵਿੱਚ ਇਹ ਰਿਪੀਟਡ ਤੇ ਹੈਗਾ ਹੀ ਹੈਗਾ ਹੈ, ਹਰ 11ਵੇਂ ਮਹੀਨੇ ਦੇ ਬਾਅਦ ਜਿਹੜਾ 12ਵਾਂ ਮਹੀਨਾ ਆਏਗਾ ਉਹ ਉਹੀ ਆਏਗਾ। ਜਿਵੇਂ ਕਿ ਮੰਨ ਕੇ ਚਲੋ ਫੈਬ ਹੈ, ਫੈਬ ਜਦੋਂ ਇੱਥੋਂ ਤੱਕ ਜਾਏਗਾ ਤੇ ਇਹ ਤੁਹਾਡਾ 11ਵਾਂ ਮਹੀਨਾ ਹੋਏਗਾ ਹੈ ਨਾ, ਤੇ 11ਵੇਂ ਤੋਂ ਬਾਅਦ 12ਵਾਂ ਫਿਰ ਫੈਬ ਆ ਜਾਏਗਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਵੀ ਤੁਹਾਡਾ ਜਿਹੜਾ ਹੈ ਉਹ ਕੀ ਹੋਏਗਾ, ਤੁਹਾਡਾ ਸਿੰਸ ਜਿਹੜਾ ਹੈ ਉਹ ਯੂਜ਼ ਹੋਏਗਾ। 11ਵੇਂ ਤੋਂ ਬਾਅਦ 12ਵਾਂ, 12ਵੇਂ ਤੋਂ ਬਾਅਦ 13ਵਾਂ ਮਹੀਨਾ, ਫਿਰ ਤੁਹਾਡਾ ਉਹੀ ਜਨਵਰੀ ਆ ਜਾਏਗਾ, ਫੈਬ, ਮਾਰਚ, ਅਪ੍ਰੈਲ, ਫਿਰ ਇਹ ਇੱਕ ਸਰਕਲ ਬਣਿਆ ਹੋਇਆ ਹੈ ਤੇ ਇਹ ਇੱਕ ਰੈਪੀਟੀਸ਼ਨ ਚੱਲਦੀ ਰਹਿੰਦੀ ਹੈ। ਸੋ ਰੈਪੀਟੀਸ਼ਨ ਜਿਵੇਂ ਕਿ ਆਪਾਂ ਗੱਲ ਕਿਹਾ, ਸਮਾਂ ਨਿਸ਼ਚਿਤ ਵੀ ਹੋਏਗਾ ਕਿ 12 ਮਹੀਨਿਆਂ ਦੇ ਵਿੱਚੋਂ ਕਿਹੜਾ ਪੁਆਇੰਟ ਜਿਹੜਾ ਹੈ ਉਹ ਆਪਾਂ ਗੱਲ ਕਰ ਰਹੇ ਹਾਂ, ਕਿਹੜੇ ਪੁਆਇੰਟ ਆਫ ਟਾਈਮ ਦੀ ਗੱਲ ਕਰ ਰਹੇ ਹਾਂ, ਜਨਵਰੀ ਦੀ, ਫੈਬ ਦੀ। ਰਿਪੀਟਡ ਵੀ ਹੈ ਕਿ ਹਰ 12 ਮਹੀਨਿਆਂ ਬਾਅਦ ਫਿਰ ਉਹੀ ਮਹੀਨਾ ਆ ਜਾਂਦਾ ਹੈ। ਇਸ ਤੋਂ ਇਲਾਵਾ ਵੇਖੋ ਇੱਕ ਜਿਸ ਤਰ੍ਹਾਂ ਆਪਣੇ ਕੋਲ ਇੱਕ ਕਹਿ ਲਓ ਕਿ ਟੂਡੇ ਹੈ, ਹਰ ਦਿਨ ਦਾ ਜਿਹੜਾ ਇੱਕ ਟੂਡੇ ਹੋਏਗਾ, ਠੀਕ ਆ। ਉਸ ਤੋਂ ਬਾਅਦ ਉਹਦਾ ਇੱਕ ਬੀਤਿਆ ਜੈਸਟਰਡੇ ਹੋਏਗਾ, ਜੈਸਟਰਡੇ ਤੋਂ ਬਾਅਦ ਉਹਦਾ ਇੱਕ ਟੂਮਾਰੋ ਹੋਏਗਾ, ਠੀਕ ਹੈ। ਸੋ ਆਪਾਂ ਜਦੋਂ ਇਹਨਾਂ ਦੀ ਗੱਲ ਕਰਦੇ ਹਾਂ, ਸੋ ਇਹਨਾਂ ਦੇ ਨਾਲ ਆਪਾਂ ਸਿੰਸ ਦੀ ਜਿਹੜੀ ਆ ਵਰਤੋਂ ਕਰਦੇ ਹਾਂ, ਕਿਉਂਕਿ ਇਹ ਵੀ ਇੱਕ ਰੈਪੀਟੀਸ਼ਨ ਵਾਲਾ ਹੀ ਕੰਮ ਹੈ, ਕਿਉਂਕਿ ਹਰ ਦਿਨ ਦਾ ਟੂਡੇ ਹੋਏਗਾ ਤੇ ਉਹਦਾ ਇਹ ਵੀ ਯੈਸਟਰਡੇ ਵੀ ਹੋਏਗਾ ਤੇ ਉਹਦਾ ਟੁਮਾਰੋ ਵੀ ਬਣੇਗਾ। ਹੁਣ ਕਿ ਤੁਹਾਨੂੰ ਜਿਹੜੀ ਇਹ ਗੱਲ ਹੈ ਸਮਝ ਆ ਰਹੀ ਹੋਏਗੀ ਕਿ ਨਿਸ਼ਚਿਤ ਤੇ ਰਿਪੀਟਡ ਸਮਾਂ ਜਿਹੜਾ ਹੈ ਉਹਦੇ ਨਾਲ। ਹੁਣ ਵੇਖੋ ਕਿ ਇੱਕ ਤੁਹਾਡੇ ਕੋਲ ਮੰਥ ਸ਼ੁਰੂ ਹੋ ਰਿਹਾ ਹੈ, ਜਿਵੇਂ ਕਹਿ ਲਓ 1 ਤੋਂ ਲੈ ਕੇ 31 ਤੱਕ। ਹੁਣ ਇਹ ਤਰੀਕ ਹੈ, ਹਰ ਮਹੀਨਾ ਜਿਹੜਾ ਹੈ ਉਹ 30 31 ਦਾ ਹੁੰਦਾ ਹੈ, ਕੋਈ 28 ਦਾ ਵੀ ਹੋ ਸਕਦਾ ਹੈ, ਪਰ ਉਹਦੇ ਵਿੱਚ ਜਿਹੜੀ ਹੈ ਉਹ ਇਹ ਜਿਹੜਾ ਹੈ ਇਹ ਇੱਕ ਪੁਆਇੰਟ ਆਫ ਟਾਈਮ ਬਣਦਾ ਹੈ, ਤੇ ਰੈਪੀਟੀਸ਼ਨ ਵੀ ਹੁੰਦੀ ਹੈ ਕਿ ਹਰ 30 ਜਾਂ 31 ਜਾਂ 28 ਜਾਂ 29 ਬਾਅਦ ਫਿਰ ਇੱਕ ਤਰੀਕ ਆ ਜਾਂਦੀ ਹੈ। ਰਿਪੀਟਡ ਵੀ ਹੈ ਪਲੱਸ ਤੁਹਾਡਾ ਇੱਕ ਪੁਆਇੰਟ ਆਫ ਟਾਈਮ ਵੀ ਹੈ। ਸੋ ਇਹਦੇ ਨਾਲ ਵੀ ਤੁਸੀਂ ਸਿੰਸ ਲਾਉਂਦੇ ਹੋ। ਜਿਵੇਂ ਮੈਂ ਕਹਾਂ ਕਿ ਸਿੰਸ 20 ਜਨਵਰੀ, ਯਾਨੀ ਕਿ 20 ਜਨਵਰੀ ਤੋਂ, ਠੀਕ ਆ। ਸੋ ਇਹਨਾਂ ਸਾਰਿਆਂ ਦੇ ਨਾਲ ਤੁਸੀਂ ਕੀ ਲਾ ਰਹੇ ਹੋ, ਤੁਸੀਂ ਸਿੰਸ ਦੀ ਵਰਤੋਂ ਕਰ ਰਹੇ ਹੋ। ਸੋ ਮੇਰੇ ਇਹ ਜਿਹੜੇ ਦੋ ਕਨਸੈਪਟ ਹੈ ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਤੁਸੀਂ ਰੱਖਣਾ ਹੈ ਕਿ ਜਿਹੜਾ ਵੀ ਸਮਾਂ ਨਿਸ਼ਚਿਤ ਅਤੇ ਜਿਹੜਾ ਵੀ ਸਮਾਂ ਪੁਆਇੰਟ ਆਫ ਟਾਈਮ ਹੈ ਜਾਂ ਰਿਪੀਟਡ ਹੈ ਉਹਦੇ ਨਾਲ ਤੁਸੀਂ ਸਿੰਸ ਦੀ ਵਰਤੋਂ ਕਰਦੇ ਹੋ। ਵੇਖੋ ਵੀਡੀਓ ਲੰਬੀ ਨਾ ਹੋ ਜੇ, ਇਸ ਕਰਕੇ ਮੈਂ ਜਲਦੀ ਜਲਦੀ ਕਰਾਉਣ ਦੀ ਕੋਸ਼ਿਸ਼ ਕਰਾਂਗਾ। ਹੁਣ ਕਿ ਵੇਖੋ ਨੰਬਰ 1 ਕਿ ਕਲੌਕ ਦਾ ਟਾਈਮ ਵੀ ਤੇ ਰਿਪੀਟਡ ਹੀ ਹੁੰਦਾ ਹੈ, ਹਰ 12 ਘੰਟਿਆਂ ਬਾਅਦ ਜਿਹੜਾ ਹੈ ਉਹ ਫਿਰ 12 ਵੱਜ ਜਾਂਦੇ ਆ, ਠੀਕ ਹੈ। ਸੋ ਫਿਰ ਉਸ ਤੋਂ ਬਾਅਦ ਉਹੀ ਸਮਾਂ ਆ ਜਾਂਦਾ ਜਿਸ ਤਰ੍ਹਾਂ
कह लो कि 12 ਵਜੇ है, ਇਹ ਕਲੌਕ ਜਿਹੜਾ ਆਪਾਂ ਪੁਆਇੰਟ ਉਹਨੂੰ ਕਰ ਸਕਦੇ ਹਾਂ ਟਾਈਮ ਨੂੰ। ਪਰ ਜਿਸ ਤਰ੍ਹਾਂ ਮੰਨ ਕੇ ਚਲੋ ਆਪਾਂ ਪੀਰੀਅਡ ਆਫ ਟਾਈਮ ਦੀ ਗੱਲ ਕਰੀਏ, ਤੇ ਪੀਰੀਅਡ ਦੇ ਵਿੱਚ ਹੁੰਦਾ ਹੈ ਕਿ 1 ਘੰਟੇ ਤੋਂ, ਹੁਣ 1 ਘੰਟਾ ਹੈ ਉਹ 60 ਮਿੰਟ ਕੋਈ ਵੀ ਹੋ ਸਕਦੇ ਆ, ਉਹ ਆਪਾਂ ਇਹ ਨਿਸ਼ਚਿਤ ਨਹੀਂ ਕਰ ਸਕਦੇ ਕਿ ਕਿਹੜੇ 60 ਮਿੰਟਾਂ ਦੀ ਗੱਲ ਕਰ ਰਹੇ ਹਾਂ। ਉਹ ਆਪਾਂ ਉੱਕੇ ਪੁੱਕੇ ਜਾਂ ਤੁੱਕੇ ਦੇ ਨਾਲ ਹਿੱਟ ਐਂਡ ਮਿਸ ਮੈਥਡ ਯੂਜ਼ ਕਰਦੇ ਹੁੰਦੇ ਹਾਂ ਕਿ ਹਾਂ 1 ਘੰਟੇ ਤੋਂ। ਹੁਣ 1 ਘੰਟੇ ਤੋਂ ਪੰਜਾਬੀ ਦਾ ਸ਼ਬਦ ਤੋਂ ਹੀ ਆਇਆ, ਜਿਹਦੇ ਲਈ ਸੂਚਕ ਜਿਹੜਾ ਹੈ ਫॉर ਹੈ, ਠੀਕ ਹੈ। ਅੰਗਰੇਜ਼ੀ ਦੇ ਵਿੱਚ ਸ਼ਬਦ ਜਿਹੜਾ ਫॉर ਵਰਤਿਆ ਜਾਏਗਾ। ਪਰ 1 ਘੰਟੇ ਤੋਂ ਇਹ ਅਨਿਸ਼ਚਿਤ ਸਮਾਂ ਹੈ, ਇਹ ਪੀਰੀਅਡ ਆਫ ਟਾਈਮ ਹੈ, 1 ਘੰਟੇ ਦਾ ਪੀਰੀਅਡ ਹੈ। ਪਰ ਜੇ ਆਪਾਂ ਨਿਸ਼ਚਿਤ ਸਮੇਂ ਦੀ ਗੱਲ ਕਰੀਏ ਤਾਂ ਉੱਥੇ ਕਿੰਨਾ ਕਵਾਂਗੇ, 12 ਵਜੇ ਤੋਂ। ਸੋ ਇੱਥੇ ਆਪਾਂ ਪੁਆਇੰਟ ਲਾ ਸਕਦੇ ਹਾਂ, ਇਹ ਪੁਆਇੰਟ ਆਫ ਟਾਈਮ ਹੈ ਤੇ ਰਿਪੀਟਡ ਤੇ ਹੈ ਹੀ ਹੈ। ਸੋ ਰਿਪੀਟਡ ਹੋਣ ਦੇ ਨਾਲ ਇਹ ਪੁਆਇੰਟ ਆਫ ਟਾਈਮ ਵੀ ਹੈ। ਸੋ ਇਹਦੇ ਨਾਲ ਆਪਾਂ ਕੀ ਲਾਉਂਦੇ ਹਾਂ, ਸਿੰਸ ਦੀ ਜਿਹੜੀ ਹੈ ਉਹ ਵਰਤੋਂ ਕਰਦੇ ਹਾਂ। ਘੜੀ ਵਾਲੇ ਜਿਹੜੇ ਆ ਰਿਪੀਟਡ ਤੇ ਪੁਆਇੰਟ ਆਫ ਟਾਈਮ ਹੁੰਦੇ ਆ, 12 ਵਜੇ ਤੋਂ, 1 ਵਜੇ ਤੋਂ, 2 ਵਜੇ ਤੋਂ, 3 ਵਜੇ ਤੋਂ। ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਜਦੋਂ ਕਿ ਇੱਕ ਆਪਣੇ ਕੋਲ ਸਿੱਧੀ ਜਿਹੜੀ ਸ਼੍ਰੰਖਲਾ ਸ਼ੁਰੂ ਹੁੰਦੀ ਹੈ, ਜਿਵੇਂ ਕਹਿ ਲਓ ਕਿ 1 ਤੋਂ ਸਨ 1 ਤੋਂ ਲੈ ਕੇ 2021 ਤੱਕ ਆਪਾਂ ਆ ਗਏ ਹਾਂ। ਹੁਣ ਇਹ ਵੀ ਇੱਕ ਆਪਣੇ ਤਰ੍ਹਾਂ ਦਾ ਨਿਸ਼ਚਿਤ ਸਮਾਂ ਹੀ ਹੈ, ਇਹਨੂੰ ਰਿਪੀਟਡ ਤੇ ਨਹੀਂ ਕਹਿ ਸਕਦੇ, ਪਰ ਇਹ ਇੱਕ ਤਰ੍ਹਾਂ ਦਾ ਕੀ ਹੈ, ਨਿਸ਼ਚਿਤ ਸਮਾਂ ਹੈ ਤੁਹਾਡਾ। ਇਹ ਇੱਕ ਨਿਸ਼ਚਿਤ ਸਮਾਂ ਹੈ। ਜਿਸ ਤਰ੍ਹਾਂ ਮੈਂ ਕਹਾਂ ਕਿ ਸਿੰਸ 1992 ਯਾਨੀ ਕਿ 1992 ਤੋਂ। ਸੋ ਇਹ ਇੱਕ ਨਿਸ਼ਚਿਤ ਸਮਾਂ ਹੈ। ਇਸ ਤੋਂ ਇਲਾਵਾ ਤੁਹਾਡਾ ਬਰਥਡੇ ਹੈ, ਕੋਈ ਵੀ ਈਵੈਂਟ ਜਿਹੜਾ ਹੈ, ਠੀਕ ਆ, ਕੋਈ ਵੀ ਫੈਸਟੀਵਲ ਜਿਹੜਾ ਹੈ, ਇਹ ਸਾਰੇ ਕੀ ਹੈ, ਕੋਈ ਵੀ ਫੇਅਰ ਆ ਜਾਏ, ਕੋਈ ਵੀ ਫੈਸਟੀਵਲ ਆ ਜਾਏ, ਜਾਂ ਕੋਈ ਵੀ ਤੁਹਾਡਾ ਈਵੈਂਟ ਆ ਜਾਏ, ਕੁਝ ਜਿਹੜੀਆਂ ਮਤਲਬ ਕਹਿ ਲਓ ਕਿ ਉਹ ਰਿਪੀਟਡ ਹੁੰਦੀ ਹੈ ਐਵੇਂ ਦੀਆਂ ਚੀਜ਼ਾਂ, ਜਿਸ ਤਰ੍ਹਾਂ ਸਿੰਸ ਮਾਈ ਬਰਥਡੇ, ਠੀਕ ਆ। ਇਹ ਸਾਰੀਆਂ ਚੀਜ਼ਾਂ ਕੀ ਹੈ ਕਿ ਇਹਨਾਂ ਦੇ ਨਾਲ ਤੁਸੀਂ ਸਿੰਸ ਦੀ ਵਰਤੋਂ ਹੀ ਕਰਦੇ ਹੋ। ਇਹ ਨਿਸ਼ਚਿਤ ਵੀ ਹੋਣਗੀਆਂ, ਕੁਝ ਰਿਪੀਟਡ ਵੀ ਹੋਣਗੀਆਂ, ਕੁਝ ਪੁਆਇੰਟ ਆਫ ਟਾਈਮ ਵੀ ਹੋਣਗੀਆਂ, ਅਤੇ ਉਹਨਾਂ ਸਾਰਿਆਂ ਦੇ ਨਾਲ ਤੁਸੀਂ ਸਿੰਸ ਦੀ ਵਰਤੋਂ ਹੀ ਕਰਨੀ ਹੈ। ਕਿਉਂਕਿ ਹੁਣ ਉਹਨਾਂ ਨੂੰ ਮੈਂ ਸਾਰਿਆਂ ਨੂੰ ਇੱਥੇ ਲਿਸਟ ਬਣਾ ਕੇ ਲਿਖਾਂ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ, ਕਿ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਿ ਜਿਹੜਾ ਸਿੰਸ ਹੈ ਉਹ ਕਿੱਥੇ ਵਰਤਣਾ ਹੈ ਆਪਾਂ, ਠੀਕ ਹੈ। ਸੋ ਜਿਸ ਤਰ੍ਹਾਂ ਮੈਂ ਕਹਾਂ ਕਿ ਸਿੰਸ ਮਾਈ ਚਾਈਲਡਹੁੱਡ ਜਾਂ ਸਿੰਸ ਚਾਈਲਡਹੁੱਡ, ਠੀਕ ਹੈ। ਹੁਣ ਸਾਰਿਆਂ ਨੂੰ ਪਤਾ ਹੈ ਕਿ ਚਾਈਲਡਹੁੱਡ ਇੱਕ ਨਿਸ਼ਚਿਤ ਸਮਾਂ ਹੈ, ਅਤੇ ਹਰ ਇੱਕ ਜਿਹੜਾ ਹਿਊਮਨ ਬੀਇੰਗ ਹੈ ਉਹਦੀ ਏਜ ਦੇ ਜਿਹੜੇ 3 ਪੜਾਅ ਮਿਥੇ ਜਾਂਦੇ ਆ। ਇੱਕ ਤਾਂ ਉਹਦਾ ਚਾਈਲਡਹੁੱਡ ਮੰਨਿਆ ਜਾਂਦਾ ਹੈ, ਦੂਸਰਾ ਉਹਦੀ ਯੰਗ ਏਜ ਮੰਨੀ ਜਾਂਦੀ ਹੈ, ਅਤੇ ਤੀਸਰਾ ਉਹਦੀ ਓਲਡ ਏਜ ਮੰਨੀ ਜਾਂਦੀ ਹੈ। ਸੋ ਬੁਢਾਪਾ ਮੰਨਿਆ ਜਾਂਦਾ ਹੈ। ਸੋ ਉਹ ਵੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਹਰ ਇੱਕ 'ਤੇ ਗੁਜ਼ਰਦਾ ਹੈ, ਅਤੇ ਇਸ ਕਰਕੇ ਚਾਈਲਡਹੁੱਡ ਦੇ ਨਾਲ ਵੀ ਆਪਾਂ ਸਿੰਸ ਜਿਹੜਾ ਵਰਡ ਉਹ ਵਰਤਦੇ ਹਾਂ। ਉਸ ਤੋਂ ਬਾਅਦ ਹੁਣ ਗੱਲ ਕਰੀਏ ਅਨਿਸ਼ਚਿਤ ਸਮੇਂ ਦੀ, ਪੀਰੀਅਡ ਆਫ ਟਾਈਮ ਦੀ। ਇਹਦੇ ਵਿੱਚ ਜਦੋਂ ਆਪਾਂ ਸ਼ਬਦ ਵਰਤਦੇ ਹਾਂ 1 ਘੰਟੇ ਤੋਂ, ਹੁਣ ਇੱਥੇ 1 ਵੀ ਹੋ ਸਕਦਾ, 1 ਤੋਂ ਲੈ ਕੇ 2, 3, 4, ਮਤਲਬ ਕਿ ਵੀ ਜਿੰਨਾ ਮਰਜ਼ੀ ਤੁਸੀਂ ਇੱਥੇ ਨੰਬਰ ਜਿਹੜੇ ਹੈ ਉਹ ਤੁਸੀਂ ਵਧਾ ਸਕਦੇ ਹੋ। ਇਸੇ ਤਰ੍ਹਾਂ 1 ਦਿਨ ਤੋਂ, ਹੁਣ ਦਿਨ ਵੀ ਉਹਨਾਂ ਨੇ ਕਿਹੜਾ ਇਹਦੇ ਆਪਣੇ ਉਹਦੇ ਵਾਂਗੂ ਨੇਮ ਜਿਸ ਤਰ੍ਹਾਂ ਦਿੱਤਾ ਸੀ ਸੰਡੇ ਜਾਂ ਮੰਡੇ, ਉੱਥੇ 1 ਦਿਨ ਤੋਂ, 2 ਦਿਨਾਂ ਤੋਂ, 3 ਦਿਨਾਂ ਤੋਂ, ਉਹਦੇ ਨਾਲ ਵੀ ਇਹ ਤਰ੍ਹਾਂ ਦੇ ਸਾਰੇ ਅਨਿਸ਼ਚਿਤ ਸਮੇਂ ਹੈ। ਇਹਨਾਂ ਦੇ ਨਾਲ ਤੁਸੀਂ ਕੀ ਲਾਓਗੇ, ਫॉर 1 ਆਵਰ, ਸੋ 1 ਘੰਟੇ ਤੋਂ। ਇਸੇ ਤਰ੍ਹਾਂ ਫॉर 2 ਆਵਰਸ, ਫॉर 3 ਆਵਰਸ, ਇਸੇ ਤਰ੍ਹਾਂ ਫॉर 1 ਡੇ, ਠੀਕ ਹੈ, ਫॉर 2 ਡੇਜ਼, ਫॉर 3 ਡੇਜ਼। ਇਹ ਸਾਰੇ ਅਨਿਸ਼ਚਿਤ ਸਮੇਂ ਹੈ, ਠੀਕ ਆ। ਇਹਨਾਂ ਦੇ ਨਾਲ ਤੁਸੀਂ ਜਿਵੇਂ ਮੈਂ ਕਹਾਂ ਕਈ ਦਿਨਾਂ ਤੋਂ, ਸੋ ਇਹਦੇ ਨਾਲ ਵੀ ਤੁਸੀਂ ਕੀ ਲਾਓਗੇ, ਫॉर ਮੈਨੀ ਡੇਜ਼। ਹੁਣ ਕਈ ਸਾਲਾਂ ਤੋਂ ਵੀ ਕਹਿ ਸਕਦੇ ਹਾਂ, ਕਈ ਸਾਲਾਂ ਤੋਂ, ਫॉर ਮੈਨੀ ਈਅਰਸ। ਹੁਣ ਲੰਬੇ ਸਮੇਂ ਤੋਂ, ਫॉर ਲੌਂਗ ਟਾਈਮ। ਸੋ ਐਵੇਂ ਦੇ ਬਹੁਤ ਸਾਰੇ ਜਿਹੜੇ ਹੈ ਉਹ ਅਨਿਸ਼ਚਿਤ ਤੇ ਪੀਰੀਅਡ ਆਫ ਟਾਈਮ ਦੀ ਗੱਲ ਕੀਤੀ ਜਾਏਗੀ, ਜਿਹਦੇ ਵਿੱਚ ਤੁਸੀਂ ਫॉर ਨੂੰ ਵਰਤਣਾ ਹੈ। ਮੈਂ ਤੁਹਾਨੂੰ ਫਿਰ ਵਾਰ-ਵਾਰ ਕਹਿ ਰਿਹਾ ਕਿ ਇਹਦੇ ਵਿੱਚ ਇਹ 3 ਗੱਲਾਂ, ਨਿਸ਼ਚਿਤ, ਪੁਆਇੰਟ ਤੇ ਰੈਪੀਟੀਸ਼ਨ, ਜਿਹੜੀ ਹੈ ਰਿਪੀਟਡ ਸਮੇਂ ਦੀ ਜਦੋਂ ਗੱਲ ਕੀਤੀ ਜਾਵੇ ਤੁਸੀਂ ਉਹਦੇ ਨਾਲ ਸਿੰਸ ਹੀ ਯੂਜ਼ ਕਰਨਾ ਹੈ। ਮੈਂ ਸ਼ਾਰਟ ਦੇ ਵਿੱਚ ਲਿਖਦਾ ਤੇ ਤੁਹਾਨੂੰ ਹੋਰ ਸਮਝ ਲੱਗ ਜੇ। ਜਦੋਂ ਆਪਾਂ ਗੱਲ ਕਰਦੇ ਹਾਂ ਦਿਨਾਂ ਦੇ ਨਾਮ ਨਾਲ, ਉਸ ਤੋਂ ਬਾਅਦ ਮਹੀਨਿਆਂ ਦੇ ਨਾਮ ਨਾਲ, ਠੀਕ ਹੈ, ਉਸ ਤੋਂ ਬਾਅਦ ਕੋਈ ਵੀ ਸਨ ਹੋਵੇ ਉਹਦੇ ਨਾਲ,
ठीक है। उस तो इलावा कोई मेला त्यौहार कोई भी प्रोग्राम ਜਾਂ ਇਸ ਤੋਂ ਇਲਾਵਾ ਕੁਝ ਜਿਹੜੀਆਂ ਇਤਿਹਾਸਿਕ ਘਟਨਾਵਾਂ ਹੁੰਦੀਆਂ ਜਿਨ੍ਹਾਂ ਦੀ ਡੇਟ ਹੁੰਦੀ ਹੈ ਉਹਨਾਂ ਦੇ ਨਾਲ ਵੀ ਸਿੰਸ, ਜਿਸ ਤਰ੍ਹਾਂ ਸਿੰਸ ਵਰਲਡ ਵਾਰ, ਸਿੰਸ ਫਸਟ ਵਰਲਡ ਵਾਰ, ਸਿੰਸ ਸੈਕਿੰਡ ਵਰਲਡ ਵਾਰ, ਸੋ ਇਹਨਾਂ ਦੇ ਨਾਲ ਵੀ ਤੁਸੀਂ ਕੀ ਲਾਓਗੇ, ਤੁਸੀਂ ਸਿੰਸ ਯੂਜ਼ ਕਰੋਗੇ। ਠੀਕ ਹੈ। ਸੋ ਇਸ ਤੋਂ ਇਲਾਵਾ ਹੋਰ ਵੀ ਨਿਸ਼ਚਿਤ ਸਮੇਂ ਹੁੰਦੇ ਆ, ਜਿਸ ਤਰ੍ਹਾਂ ਘੜੀ ਦਾ ਸਮਾਂ ਜਿਹੜਾ ਹੁੰਦਾ ਹੈ 1 ਵਜੇ ਤੋਂ 2 ਵਜੇ ਤੋਂ 3 ਵਜੇ ਤੋਂ। ਠੀਕ ਆ। ਜਿਹੜੀ ਤਾਰੀਖ ਜਿਹੜੀ ਹੁੰਦੀ ਹੈ ਆਪਣੀ, ठीक है, तारीख कह लो है ना, तारीख जिहड़ी हुंदी है उहदे नाल भी तुहाडा की वरत्या जांदा है, सिंस ही वरत्या जांदा है। सो ये जिहड़े है ये तुहाडे निश्चित समय नूं दर्शाउंदे है। ते इधर वाले जिहड़े है कई दिनों तो, कई घंटिਆਂ तो, कई महीनों तो, लंबे समय तो, अगले हफ्ते तो, ठीक आ, पिछले हफ्ते तो, पिछले 10 दिनों तो, यानी कि लास्ट 10 ईयर्स, पिछले कई सालों तो, पिछले कई सालों तो, जिस तरह लास्ट मैनी ईयर्स। सो इस तरीके के जोड़े है उहदे नाल तुहाडा फॉर यूज़ हुंदा है। सो ये जिहड़ा है तो वाली जिहड़ी इहदी वरतों है वो तुसीं परफेक्ट कॉन्टीन्यूस दे विच जिहड़ा है वो जदों वरतदे हो, चाहे वो प्रेजेंट दा होवे, चाहे वो पास्ट दा होवे, चाहे वो फ्यूचर दा होवे, तुसीं उत्थे सिंस फॉर लाउणा जिहड़ा है हुण कदी नहीं जिहड़ा कन्फ्यूज़ होवोगे। ते जे तुहाडा कोई सवाल होवे इहदे रिगार्डिंग, यू कैन आस्क मी विदाउट एनी हैजिटेशन। तो तुसी कमेंट के माध्यम नाल तुसी मैनू सवाल करो, मैं तुहाडे हर एक सवाल का जिहड़ा जवाब है वो जरूर देवांगा। तो तुसी अपने सुजैशन जिहड़े मैनू जरूर दे सकदे हो ताकि मैं उन्हां ते वीडियोज़ बनावां ते तुहाडे होर जिहड़े इंग्लिश के कंसैप्ट है जिहड़े आसानी दे नाल क्लीयर कराउण दी कोशिश करां। सो आस करदा है कि जिहड़ी अज दी वीडियो दे विच मैं कोशिश कीती है तुहानूं सिंस अते फॉर नूं जिहड़ा है वो समझाउण दी, उहदे विच वखरता की है, उहदा मीनिंग की है, कदों सिंस वरतना है, कदों फॉर वरतना है, वो समझाउण दी कोशिश की है, उहदे विच वखरता जिहड़ी समझाउण दी कोशिश की है। आस करदा कि तुहानूं जिहड़ी समझ भी जिहड़ी इहदी लगी होएगी। सो आपां मिलांगे एक नवीं वीडियो दे विच एक नवीं जानकारी दे नाल। सो तुसीं की करना है, तुसीं ये वीडियो अपने सज्जनां मित्रां जां अपने रिश्तेदारां दे नाल जिहड़ी वध तों वध शेयर करनी है ताकि वो भी जिहड़ा इस वीडियो का जिहड़ा वो लाभ लै सकण। तो मेरे चैनल में सबसक्राइब जरूर करो, लाइक जरूर करो, ये मोटिवेशन मिलती है तो मैनू होर प्रेरणा मिलती है कि तुहाडे लई मैं नवीं नवीं वीडियोज़ नवीं नवीं जानकारी जिहड़ी है वो लैके आवां। सो मिलते हैं अगली वीडियो दे विच, तद तक ਲਈ बाय बाय।